ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਰਾਜਾ ਜਸਵਾਲ ਜੀ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਹਰਲੀਨ ਦੇ ਵਿਆਹ ਦਾ ਚਾਅ ਜਿੰਨਾ ਮਾਪਿਆਂ ਨੂੰ ਸੀ ਓਨੇ ਹੀ ਹੰਝੂ ਵੀ ਸੀ, ਕਿਉਂਕਿ ਅੱਜ ਹਰਲੀਨ ਮਾਪਿਆਂ ਲਈ ਪਰਾਈ ਹੋ ਗਈ ਸੀ। ਘਰ ਪਰਿਵਾਰ ਚੰਗਾ ਮਿਲ ਗਿਆ ਸੀ ਹਰਲੀਨ ਨੂੰ। ਮੁੰਡਾ ਸਰਕਾਰੀ ਨੌਕਰੀ ਵਿੱਚ ਸੀ ਤੇ ਸਹੁਰਾ ਪਰਿਵਾਰ ਵੀ ਬਹੁਤ ਵਧੀਆ ਸੀ। ਅੱਜ ਵਿਆਹ ਤੋਂ ਦੂਜਾ ਦਿਨ ਸੀ। ਹਰਲੀਨ ਤੇ ਉਸਦੇ ਘਰ ਵਾਲੇ ਨੇ ਅੱਜ ਫੇਰਾ ਪਾਉਣ ਜਾਣਾ ਸੀ। ਵਿਆਹ ਤੋਂ ਬਾਅਦ ਹਰਲੀਨ ਦੇ ਘਰ ਦਾ ਦ੍ਰਿਸ਼ ਦੇਖੋ ਜੀ। ਬਾਹਰ ਗੇਟ ਖੜਕਣ ਦੀ ਆਵਾਜ਼ ਆਈ ਹੈ। ਲੱਗਦਾ ਹੈ ਹਰਲੀਨ ਤੇ ਸੁਖਜੋਤ ਆ ਗਏ ਆ। ਹਰਲੀਨ ਦੀ ਮੰਮੀ ਬੇਅੰਤ ਕੌਰ ਨੇ ਹਰਲੀਨ ਦੇ ਪਾਪਾ ਸੁਰਜੀਤ ਸਿੰਘ ਨੂੰ ਕਿਹਾ। ਸੁਰਜੀਤ ਸਿੰਘ ਅਜੇ ਉੱਠਿਆ ਹੀ ਸੀ ਕਿ ਹਰਲੀਨ ਦਾ ਵੱਡਾ ਭਰਾ ਸਰਬਜੀਤ ਜਲਦੀ ਨਾਲ ਬਾਹਰ ਚਲਾ ਗਿਆ। ਗੇਟ ਜਿਵੇਂ ਹੀ ਖੋਲ੍ਹਿਆ ਤਾਂ ਬਾਹਰ ਹਰਲੀਨ ਤੇ ਸੁਖਜੋਤ ਹੀ ਖੜੇ ਸੀ। ਬੇਅੰਤ ਕੌਰ ਨੇ ਅੰਦਰੋਂ ਹੀ ਆਵਾਜ਼ ਮਾਰ ਕੇ ਰੁਕਣ ਲਈ ਕਿਹਾ। ਰੁਕਿਓ ਪੁੱਤ, ਮੈਂ ਤੇਲ ਲੈ ਕੇ ਆਉਂਦੀ ਹਾਂ। ਤੇਲ ਲੈ ਕੇ ਬੇਅੰਤ ਕੌਰ ਪਹੁੰਚੀ। ਸਵਾਗਤ ਹੈ ਤੁਹਾਡਾ, ਆ ਜਾਓ ਤੇਲ ਚੋਕੇ, ਬੇਅੰਤ ਕੌਰ ਨੇ ਕਿਹਾ। ਸਵਾਗਤ ਸ਼ਬਦ ਸੁਣ ਕੇ ਹਰਲੀਨ ਆਪਣੀ ਮੰਮੀ ਦੇ ਚਿਹਰੇ ਵੱਲ ਦੇਖਣ ਲੱਗੀ। ਸੁਖਜੋਤ ਨੇ ਬੇਅੰਤ ਕੌਰ ਦੇ ਪੈਰਾਂ ਨੂੰ ਹੱਥ ਲਗਾਇਆ ਤੇ ਸਰਬਜੀਤ ਸੁਖਜੋਤ ਨੂੰ ਅੰਦਰ ਲੈ ਗਿਆ। ਹਰਲੀਨ ਨੇ ਬੇਅੰਤ ਕੌਰ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਰੋਣ ਲੱਗ ਗਈ। ਨਾ ਧੀਏ, ਰੋ ਨਾ, ਇੱਕ ਨਾ ਇੱਕ ਦਿਨ ਧੀਆਂ ਨੂੰ ਮਾਪਿਆਂ ਦਾ ਘਰ ਛੱਡ ਜਾਣਾ ਹੀ ਪੈਂਦਾ। ਬੇਅੰਤ ਕੌਰ ਨੇ ਹਰਲੀਨ ਦੇ ਸਿਰ ਤੇ ਹੱਥ ਫੇਰ ਕੇ ਕਿਹਾ। ਹਰਲੀਨ ਦੇ ਹੰਝੂ ਨਹੀਂ ਸੀ ਰੁਕੇ। ਉਹ ਰੋਂਦੀ ਆਵਾਜ਼ ਵਿੱਚ ਬੋਲੀ, ਮੰਮੀ ਤੁਸੀਂ ਮੇਰਾ ਸਵਾਗਤ ਕੀਤਾ, ਕਿ ਹੁਣ ਇਹ ਮੇਰਾ ਘਰ ਨਹੀਂ ਰਿਹਾ? ਬੇਅੰਤ ਕੌਰ, ਨਾ ਬੱਚੇ, ਇੱਦਾਂ ਕਿਉਂ ਬੋਲ ਰਹੀ ਆਂ? ਪੁੱਤ, ਇਹ ਤਾਂ ਹਮੇਸ਼ਾ ਹੀ ਤੇਰਾ ਘਰ ਰਹੇਗਾ। ਹਰਲੀਨ, ਮੰਮੀ ਫਿਰ ਮੇਰਾ ਸਵਾਗਤ ਕਿਉਂ? ਬੇਅੰਤ ਕੌਰ, ਕਿਉਂਕਿ ਹੁਣ ਤੂੰ ਆਪਣੇ ਘਰ ਵਾਲੀ ਨਾਲ ਪਹਿਲੀ ਵਾਰ ਆਈ ਹਾਂ। ਹਰਲੀਨ, ਫਿਰ ਕੀ ਹੋਇਆ ਅਗਰ ਪਹਿਲੀ ਵਾਰੀ ਆਈ ਹਾਂ ਤਾਂ? ਘਰ ਤਾਂ ਉਹੀ ਆ ਤੇ ਮੈਂ ਵੀ ਉਹੀ ਹਾਂ। ਬੇਅੰਤ ਕੌਰ ਨੇ ਹਰਲੀਨ ਨੂੰ ਕਿਹਾ। ਚੱਲ ਚੰਗਾ, ਐਵੇਂ ਹੁਣ ਇੱਥੇ ਬਾਹਰ ਖੜੀ ਗੱਲਾਂ ਨਾ ਕਰੀ ਜਾ, ਚੱਲ ਅੰਦਰ ਚਾਹ ਪਾਣੀ ਪੀਓ। ਹਰਲੀਨ ਦੇ ਹੰਝੂ ਬੇਅੰਤ ਕੌਰ ਨੇ ਸਾਫ਼ ਕੀਤੇ ਤੇ ਅੰਦਰ ਲੈ ਗਈ। ਅੰਦਰ ਸੁਖਜੋਤ ਤੇ ਸੁਰਜੀਤ ਆਪਸ ਵਿੱਚ ਗੱਲਾਂ ਕਰ ਰਹੇ ਸੀ। ਬੇਅੰਤ ਕੌਰ ਨੇ ਕਿਹਾ, ਚੱਲ ਹਰਲੀਨ ਤੂੰ ਬੈਠ ਆਪਣੇ ਪਾਪਾ ਕੋਲ, ਮੈਂ ਚਾਹ ਲੈ ਕੇ ਆਉਂਦੀ ਹਾਂ। ਹਰਲੀਨ ਨੇ ਪਾਪਾ ਨੂੰ ਘੁੱਟ ਕੇ ਜੱਫੀ ਪਾਈ ਤੇ ਸੋਫੇ ਤੇ ਬੈਠ ਗਈ। ਕੁਝ ਸਮੇਂ ਬਾਅਦ ਹੀ ਬੇਅੰਤ ਕੌਰ ਪਾਣੀ ਲੈ ਆਈ ਸਭ ਦੇ ਲਈ। ਫਿਰ ਬੇਅੰਤ ਕੌਰ ਰਸੋਈ ਅੰਦਰ ਗਈ ਤਾਂ ਚਾਹ ਬਣਾ ਕੇ ਨਾਲ ਪਕੌੜੇ ਲੈ ਆਈ। ਉਸਨੇ ਸਾਹਮਣੇ ਪਏ ਟੇਬਲ ਉੱਤੇ ਸਾਰਾ ਸਮਾਨ ਰੱਖ ਦਿੱਤਾ ਤੇ ਸਭ ਨੂੰ ਚਾਹ ਵੀ ਫੜਾ ਦਿੱਤੀ ਤੇ ਹਰਲੀਨ ਸਭ ਨੂੰ ਪਕੌੜੇ ਪਲੇਟ ਵਿੱਚ ਪਾ ਕੇ ਦੇਣ ਲੱਗ ਗਈ। ਫਿਰ ਸਾਰਿਆਂ ਨੇ ਕੁਝ ਸਮਾਂ ਗੱਲਾਂ ਬਾਤਾਂ ਕੀਤੀਆਂ। ਫਿਰ ਬੇਅੰਤ ਕੌਰ ਕਹਿੰਦੀ, ਚਲੋ ਤੁਸੀਂ ਕਰੋ ਗੱਲਾਂ, ਮੈਂ ਰੋਟੀ ਦਾ ਇੰਤਜ਼ਾਮ ਕਰਦੀ ਹਾਂ। ਇਹ ਕਹਿ ਕੇ ਉਹ ਚੱਲਣ ਲੱਗੀ ਤਾਂ ਹਰਲੀਨ ਕਹਿੰਦੀ, ਮੈਂ ਵੀ ਆਉਂਦੀ ਹਾਂ ਤੁਹਾਡੇ ਨਾਲ ਮੰਮੀ। ਬੇਅੰਤ ਕੌਰ ਨੇ ਰੋਕ ਦਿੱਤਾ ਤੇ ਕਿਹਾ, ਤੂੰ ਗੱਲਾਂ ਕਰ ਬੈਠ ਕੇ। ਹਰਲੀਨ ਬੈਠ ਗਈ। 10 ਮਿੰਟ ਬਾਅਦ ਹਰਲੀਨ ਉੱਠ ਕੇ ਰਸੋਈ ਵਿੱਚ ਚਲੀ ਗਈ। ਹਰਲੀਨ, ਮੰਮੀ ਕੀ ਬਣਾ ਰਹੇ ਹੋ ਤੁਸੀਂ ਅੱਜ? ਬੇਅੰਤ ਕੌਰ, ਪੁੱਤ ਅੱਜ ਮਟਰ ਪਨੀਰ ਤੇ ਨਾਲ ਦਾਲ ਮੱਖਣੀ ਆ। ਬਸ ਸਭ ਹੋ ਹੀ ਚਲਾ, ਭੁੱਖ ਲੱਗੀ ਆ ਮੇਰੀ ਧੀ ਨੂੰ। ਹਰਲੀਨ, ਨਹੀਂ ਨਹੀਂ ਮੰਮੀ, ਹੁਣੀ ਤਾਂ ਪਕੌੜੇ ਖਾਧੇ ਆ, ਮੈਂ ਤਾਂ ਤੁਹਾਡੀ ਮਦਦ ਲਈ ਆ ਗਈ ਸੀ ਰਸੋਈ ਵਿੱਚ। ਬੇਅੰਤ ਕੌਰ, ਨਹੀਂ ਪੁੱਤ, ਮੈਂ ਕਰ ਲੈਣਾ ਕੰਮ ਸਾਰਾ, ਤੂੰ ਜਾ ਕੇ ਬਾਹਰ ਬੈਠ। ਹਰਲੀਨ, ਨਹੀਂ ਮੰਮੀ, ਬਾਹਰ ਪਾਪਾ ਤੇ ਸੁਖਜੋਤ ਜੀ ਗੱਲਾਂ ਕਰ ਰਹੇ ਨੇ, ਤੁਸੀਂ ਦੱਸੋ ਮੈਂ ਕੀ ਕਰਾਂ? ਬੇਅੰਤ ਕੌਰ, ਨਹੀਂ ਬੱਚੇ, ਤੂੰ ਕੁਝ ਨਹੀਂ ਕਰਨਾ, ਮੈਂ ਕਰ ਲੈਣਾ ਸਭ। ਤੂੰ ਤਾਂ ਪ੍ਰਾਹੁਣੀ ਆਈ ਆਂ, ਤੇਰੇ ਤੋਂ ਕੰਮ ਥੋੜ੍ਹੀ ਕਰਵਾਉਣਾ ਹੁਣ। ਬੇਅੰਤ ਕੌਰ ਦੀ ਇੰਨੀ ਗੱਲ ਕਹਿਣ ਦੀ ਦੇਰ ਸੀ, ਹਰਲੀਨ ਫਿਰ ਹੰਝੂ ਲੈ ਕੇ ਖੜੀ ਹੋ ਗਈ। ਹਰਲੀਨ, ਮੰਮੀ ਮੈਂ ਹੁਣ ਪ੍ਰਾਹੁਣੀ ਹੋ ਗਈ ਇੱਕ ਦਿਨ ਵਿੱਚ? ਬੇਅੰਤ ਕੌਰ, ਨਾ ਮੇਰੇ ਬੱਚੇ, ਮੈਂ ਤਾਂ ਕਹਿ ਰਹੀ ਸੀ ਕਿਉਂਕਿ ਤੂੰ ਪ੍ਰਾਹੁਣੇ ਨਾਲ ਆਈ ਹਾਂ, ਮੈਂ ਹੁਣ ਤੇਰੇ ਤੋਂ ਕੰਮ ਥੋੜ੍ਹੀ ਕਰਵਾਉਣਾ। ਹਰਲੀਨ, ਨਹੀਂ ਮੰਮੀ, ਮੈਨੂੰ ਸਭ ਪਤਾ, ਲੋਕ ਧੀਆਂ ਨੂੰ ਕਹਿੰਦੇ ਹੀ ਪਰਾਇਆ ਧਨ। ਤੁਸੀਂ ਵੀ ਮੈਨੂੰ ਇੱਕ ਦਿਨ ਵਿੱਚ ਪ੍ਰਾਹੁਣੀ ਬਣਾ ਦਿੱਤਾ। ਅੱਜ ਆਪਣੇ ਹੀ ਘਰ ਵਿੱਚ ਮੈਂ ਪ੍ਰਾਹੁਣੀ ਬਣ ਗਈ। ਬੇਅੰਤ ਕੌਰ ਨੇ ਹਰਲੀਨ ਨੂੰ ਘੁੱਟ ਕੇ ਜੱਫੀ ਪਾ ਕੇ ਗਲ ਨਾਲ ਲਗਾ ਲਿਆ ਤੇ ਮੱਥਾ ਚੁੰਮਦੀ ਬੋਲੀ। ਬੇਅੰਤ ਕੌਰ, ਪੁੱਤ ਦੁਨੀਆ ਦਾ ਦਸਤੂਰ ਆ, ਅਸੀਂ ਵੀ ਆਪਣੇ ਮਾਪੇ ਛੱਡ ਆਈਆਂ। ਸਭ ਧੀਆਂ ਨੇ ਜਾਣਾ ਹੁੰਦਾ, ਫਿਰ ਮਾਪਿਆਂ ਦਾ ਘਰ ਪਰਾਇਆ ਹੋ ਜਾਂਦਾ ਧੀਆਂ ਲਈ। ਫਿਰ ਕਦੀ ਕਿਤੇ ਚੱਕਰ ਲੱਗਦਾ ਮਾਪਿਆਂ ਦੇ ਘਰ ਵੀ। ਹਰਲੀਨ ਗੱਲਾਂ ਤਾਂ ਸੁਣ ਰਹੀ ਸੀ ਪਰ ਦਿਲ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਗਏ ਸੀ।
ਕਈ ਸਵਾਲ ਮਨ ਵਿੱਚ ਖੜੀ ਹਰਲੀਨ ਨੂੰ ਬੇਅੰਤ ਕੌਰ ਨੇ ਬਹੁਤ ਵਾਰ ਆਵਾਜ਼ ਲਗਾਈ, ਪਰ ਹਰਲੀਨ ਆਪਣੇ ਹੀ ਸਵਾਲਾਂ ਵਿੱਚ ਗਵਾਚ ਗਈ ਸੀ ਕਿ ਕੁੜੀ ਦਾ ਕੋਈ ਘਰ ਨਹੀਂ ਹੁੰਦਾ। ਮਾਪੇ ਕਹਿੰਦੇ ਪਰਾਇਆ ਧਨ ਸੀ, ਸਹੁਰੇ ਕਹਿੰਦੇ ਪਰਾਏ ਘਰੋਂ ਆਈ ਆ, ਕਿ ਧੀਆਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ। ਹਰਲੀਨ ਦੇ ਮਨ ਦੇ ਵਿੱਚ ਬਹੁਤ ਸਵਾਲ ਆ ਰਹੇ ਸੀ, ਪਰ ਜਵਾਬ ਕੋਈ ਨਹੀਂ ਸੀ। ਅਖੀਰ ਬੇਅੰਤ ਨੇ ਹਰਲੀਨ ਨੂੰ ਝੰਜੋੜਿਆ। ਹਰਲੀਨ ਕਿੱਥੇ ਗਵਾਚ ਗਈ? ਹਰਲੀਨ, ਮੰਮੀ ਇੱਕ ਗੱਲ ਪੁੱਛਾਂ? ਬੇਅੰਤ ਕੌਰ, ਹਾਂ ਮੇਰਾ ਬੱਚਾ ਪੁੱਛ। ਹਰਲੀਨ, ਮੰਮੀ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ? ਬੇਅੰਤ ਕੌਰ, ਹਰਲੀਨ ਇੱਦਾਂ ਕਿਉਂ ਕਹਿ ਰਹੀ ਹਾਂ? ਹਰਲੀਨ, ਮੰਮੀ ਕੱਲ੍ਹ ਤੱਕ ਮੈਂ ਇਸ ਘਰ ਦੀ ਧੀ ਸੀ ਤੇ ਅੱਜ ਮੈਂ ਪਰਾਈ ਹੋ ਗਈ। ਅੱਜ ਆਪਣੇ ਹੀ ਘਰ ਵਿੱਚ ਮੇਰਾ ਸਵਾਗਤ ਕੀਤਾ ਗਿਆ, ਮੈਨੂੰ ਪ੍ਰਾਹੁਣੀ ਵੀ ਤੁਸੀਂ ਕਿਹਾ। ਬੇਅੰਤ ਕੌਰ, ਪੁੱਤ ਤੂੰ ਉਹ ਗੱਲ ਮਨ 'ਤੇ ਲਗਾ ਲਈ, ਮੈਂ ਤਾਂ ਧੀਏ ਵੈਸੇ ਹੀ ਕਹਿਤਾ ਸੀ। ਹਰਲੀਨ, ਮੰਮੀ ਤੁਸੀਂ ਤਾਂ ਸ਼ਾਇਦ ਵੈਸੇ ਹੀ ਕਹਿਤਾ ਸੀ, ਪਰ ਤੁਸੀਂ ਕਿਹਾ ਉਹੀ ਜੋ ਸੱਚਾਈ ਆ, ਧੀਆਂ ਦਾ ਘਰ ਨਹੀਂ ਹੁੰਦਾ। ਬੇਅੰਤ ਕੌਰ, ਨਾ ਮੇਰੇ ਬੱਚੇ, ਧੀਆਂ ਦੇ ਤਾਂ ਦੋ ਘਰ ਹੁੰਦੇ ਆ, ਇੱਕ ਮਾਪਿਆਂ ਦਾ ਤਾਂ ਦੂਜਾ ਸਹੁਰਿਆਂ ਦਾ। ਹਰਲੀਨ, ਪਰ ਮੰਮੀ ਆਪਣਾ ਕੋਈ ਨਹੀਂ ਹੁੰਦਾ ਦੋਵਾਂ ਵਿੱਚ ਪਰਾਇਆ ਹੀ ਗਿਣਿਆ ਜਾਂਦਾ। ਬੇਅੰਤ ਕੌਰ ਨੇ ਦੇਖਿਆ ਹਰਲੀਨ ਨੇ ਗੱਲ ਕਾਫੀ ਮਨ ਉੱਤੇ ਲਗਾ ਲਈ ਆ, ਇਸ ਕਰਕੇ ਬੇਅੰਤ ਕੌਰ ਨੇ ਕਿਹਾ, ਚੱਲ ਹੁਣ ਬਹੁਤ ਗੱਲਾਂ ਹੋ ਗਈਆਂ, ਚੱਲ ਖਾਣਾ ਖਾਂਦੇ ਹਾਂ। ਸਾਰਿਆਂ ਨੇ ਬੈਠ ਕੇ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ ਮਿੱਠੇ ਦਾ ਵੀ ਲੁਫਤ ਉਠਾਇਆ ਗਿਆ। ਸ਼ਾਮ ਨੂੰ ਫਿਰ ਹਰਲੀਨ ਤੇ ਸੁਖਜੋਤ ਘਰ ਵਾਪਸ ਆ ਗਏ। ਸਹੁਰੇ ਪਰਿਵਾਰ ਵਿੱਚ ਵੀ ਬਹੁਤ ਚਾਅ ਚੜਿਆ ਹੋਇਆ ਸੀ ਸਭ ਨੂੰ। ਕਈ ਸ਼ਗਨ ਕਰਨੇ ਅਜੇ ਬਾਕੀ ਸੀ। ਸਭ ਨੇ ਨਵੀਂ ਵਿਆਹੀ ਵਹੁਟੀ ਨੂੰ ਪਲਕਾਂ 'ਤੇ ਬਿਠਾਇਆ ਹੋਇਆ ਸੀ। ਹਰਲੀਨ ਦੇ ਪੈਰ ਵੀ ਜ਼ਮੀਨ 'ਤੇ ਨਹੀਂ ਸੀ ਲੱਗ ਰਹੇ। ਖੁਸ਼ ਤਾਂ ਬਹੁਤ ਸੀ, ਪਰ ਮਨ ਵਿੱਚ ਕਿਤੇ ਨਾ ਕਿਤੇ ਇੱਕ ਪਰੇਸ਼ਾਨੀ ਲੁਕਾ ਕੇ ਬੈਠੀ ਹੋਈ ਸੀ। ਪਰ ਇੰਨੇ ਚਾਵਾਂ ਵਿੱਚ ਪਰੇਸ਼ਾਨੀ ਛੋਟੀ ਜਿਹੀ ਲੱਗ ਰਹੀ ਸੀ। ਹੁਣ ਹਰਲੀਨ ਰੋਜ਼ ਇੱਕ ਗੱਲ ਨੂੰ ਸਮਝਣ ਲੱਗੀ ਸੀ। ਜਦੋਂ ਵੀ ਉਹ ਕਿਸੇ ਕੁੜੀ ਨੂੰ ਦੇਖਦੀ ਸੀ ਤਾਂ ਸਵਾਲ ਆ ਜਾਂਦੇ ਸੀ ਕਿ ਧੀ ਦਾ ਘਰ ਕਿਹੜਾ ਹੁੰਦਾ। ਵਿਆਹ ਦੇ ਚਾਵਾਂ ਵਿੱਚੋਂ ਹੌਲੀ-ਹੌਲੀ ਹੁਣ ਜ਼ਿੰਦਗੀ ਬੀਤਣ ਲੱਗ ਗਈ ਸੀ। ਜ਼ਿੰਦਗੀ ਦੁਬਾਰਾ ਨਾਰਮਲ ਹੋ ਗਈ ਸੀ। ਸੁਖਜੋਤ ਵੀ ਹੁਣ ਦੁਬਾਰਾ ਆਪਣੇ ਕੰਮ 'ਤੇ ਜਾਣ ਲੱਗ ਗਿਆ ਸੀ। ਹਰਲੀਨ ਦਾ ਸਮਾਂ ਸਹੁਰੇ ਘਰ ਵਿੱਚ ਬੀਤਦਾ ਸੀ। ਸੱਸ ਬਹੁਤ ਚੰਗੇ ਸੁਭਾਅ ਦੀ ਸੀ। ਹਰਲੀਨ ਨੂੰ ਕਦੀ ਓਪਰਾ ਮਹਿਸੂਸ ਨਹੀਂ ਹੋਇਆ। ਜੋ ਵੀ ਗਲੀ ਮੁਹੱਲੇ ਦੀਆਂ ਔਰਤਾਂ ਵੀ ਨਵੀਂ ਵਹੁਟੀ ਨੂੰ ਦੇਖਣ ਆਉਂਦੀਆਂ ਸੀ, ਹਰਲੀਨ ਦਾ ਰੂਪ ਦੇਖ ਸਭ ਤਾਰੀਫ ਦੇ ਪੁੱਲ ਬਣ ਜਾਂਦੀਆਂ ਸਨ। ਸਰਦੀਆਂ ਦੇ ਦਿਨ ਸੀ, ਲੋਹੜੀ ਦਾ ਤਿਉਹਾਰ ਵੀ ਆਉਣ ਵਾਲਾ ਸੀ। ਸੁੱਖ ਨਾਲ ਜਗਜੀਤ ਕੌਰ ਨੇ ਮੁੰਡਾ ਵਿਆਹਿਆ ਸੀ ਤਾਂ ਲੋਹੜੀ ਪਾਉਣੀ ਤਾਂ ਬਣਦੀ ਹੀ ਸੀ। ਦੂਜੇ ਪਾਸੇ ਬੇਅੰਤ ਕੌਰ ਤੇ ਸੁਖਜੀਤ ਕੌਰ ਨੂੰ ਵੀ ਪਈ ਹੋਈ ਸੀ ਕਿ ਧੀ ਦੇ ਸਹੁਰੇ ਘਰ ਜਾਣਾ ਲੋਹੜੀ ਦੇਣ। ਬੇਅੰਤ ਕੌਰ ਨੇ ਵੱਧ ਚੜ੍ਹ ਸਮਾਨ ਤਿਆਰ ਕੀਤਾ ਹੋਇਆ ਸੀ। ਧੀ ਦੇ ਸਹੁਰਿਆਂ ਦੇ ਘਰ ਵਿਆਹ ਤੋਂ ਬਾਅਦ ਪਹਿਲੀ ਵਾਰ ਜਾਣਾ ਸੀ, ਕੋਈ ਕਮੀ ਨਾ ਰਹਿ ਜਾਵੇ, ਇਸ ਕਰਕੇ ਬੇਅੰਤ ਕੌਰ ਨੇ ਸਮਾਨ ਵੀ ਵਧੀਆ ਖਰੀਦਿਆ ਹੋਇਆ ਸੀ। ਐਤਵਾਰ ਨੂੰ ਸਰਬਜੀਤ ਨੂੰ ਵੀ ਛੁੱਟੀ ਸੀ ਤੇ ਉਹਨਾਂ ਨੇ ਐਤਵਾਰ ਦਾ ਦਿਨ ਚੁਣਿਆ ਹੋਇਆ ਸੀ ਕੁੜੀ ਘਰ ਲੋਹੜੀ ਦੇਣ ਜਾਣ ਦਾ। ਐਤਵਾਰ ਨੂੰ ਸਾਰਾ ਪਰਿਵਾਰ ਤਿਆਰ ਹੋ ਕੇ ਹਰਲੀਨ ਦੇ ਸਹੁਰਿਆਂ ਦੇ ਘਰ ਚਲੇ ਗਏ। ਜਾਂਦਿਆਂ ਨੂੰ ਹਰਲੀਨ ਦੇ ਸਹੁਰਿਆਂ ਨੇ ਬਹੁਤ ਸਵਾਗਤ ਕੀਤਾ। ਹਰਲੀਨ ਵੀ ਬਹੁਤ ਖੁਸ਼ ਸੀ ਆਪਣੇ ਮਾਪਿਆਂ ਨੂੰ ਦੇਖ ਕੇ। ਹਰਲੀਨ ਦੇ ਸਹੁਰੇ ਪਰਿਵਾਰ ਨੇ ਬਹੁਤ ਆਓ ਭਗਤ ਕੀਤੀ ਹਰਲੀਨ ਦੇ ਮਾਪਿਆਂ ਦੀ। ਕਾਫੀ ਸਮਾਂ ਬਿਤਾਇਆ ਉੱਥੇ ਹਰਲੀਨ ਦੇ ਮਾਪਿਆਂ ਨੇ। ਫਿਰ ਸ਼ਾਮ ਨੂੰ ਲੋਹੜੀ ਦਾ ਤਿਉਹਾਰ ਦੇ ਕੇ ਵਾਪਸ ਆ ਗਏ ਤੇ ਨਾਲ ਹਰਲੀਨ ਦੀ ਸੱਸ ਨੂੰ ਬੇਨਤੀ ਕੀਤੀ ਕਿ ਹਰਲੀਨ ਨੂੰ ਥੋੜ੍ਹੇ ਦਿਨ ਸਾਡੇ ਕੋਲ ਭੇਜੋ। ਸੱਸ ਨੇ ਵੀ ਹਾਂ ਵਿੱਚ ਸਹਿਮਤੀ ਦਿੱਤੀ ਤੇ ਕਿਹਾ, ਲੋਹੜੀ ਤੋਂ ਬਾਅਦ ਅਸੀਂ ਹਰਲੀਨ ਤੁਹਾਡੇ ਕੋਲ ਭੇਜਾਂਗੇ। ਬੇਅੰਤ ਕੌਰ ਘਰ ਆ ਕੇ ਕਾਫੀ ਸਮਾਂ ਹਰਲੀਨ ਤੇ ਉਸਦੇ ਪਰਿਵਾਰ ਦੀਆਂ ਹੀ ਗੱਲਾਂ ਕਰਦੇ ਰਹੇ। ਧੀ ਨੂੰ ਖੁਸ਼ ਦੇਖ ਕੇ ਮਾਪੇ ਵੀ ਖੁਸ਼ ਹੁੰਦੇ ਆ। ਖੈਰ ਲੋਹੜੀ ਦਾ ਤਿਉਹਾਰ ਵੀ ਨਿਕਲ ਗਿਆ। ਫਿਰ ਐਤਵਾਰ ਨੂੰ ਸੁਖਜੋਤ ਹਰਲੀਨ ਨੂੰ ਉਸਦੇ ਪੇਕੇ ਘਰ ਛੱਡਣ ਆਇਆ ਤੇ ਇੱਕ ਰਾਤ ਉੱਥੇ ਹੀ ਬਿਤਾਈ। ਅਗਲੀ ਸਵੇਰ ਸੁਖਜੋਤ ਆਪਣੀ ਡਿਊਟੀ ਚਲਾ ਗਿਆ ਤੇ ਹਰਲੀਨ ਨੂੰ ਕਹਿ ਕੇ ਗਿਆ ਕਿ ਉਹ ਅਗਲੇ ਐਤਵਾਰ ਲੈਣ ਆਏਗਾ। ਹਰਲੀਨ ਨੂੰ ਵੀ ਇੱਕ ਹਫ਼ਤਾ ਮਿਲ ਗਿਆ ਸੀ ਮਾਪਿਆਂ ਨਾਲ ਸਮਾਂ ਬਿਤਾਉਣ ਦਾ। ਦੂਜੇ ਦਿਨ ਜਦੋਂ ਹਰਲੀਨ ਆਪਣੇ ਕਮਰੇ ਵਿੱਚ ਗਈ ਤਾਂ ਬਹੁਤ ਕੁਝ ਬਦਲ ਗਿਆ ਸੀ। ਹਰਲੀਨ, ਮੰਮੀ ਮੇਰਾ ਸਮਾਨ ਕਿੱਥੇ ਆ? ਤੁਸੀਂ ਸਭ ਬਦਲ ਕੇ ਰੱਖ ਦਿੱਤਾ। ਬੇਅੰਤ ਕੌਰ, ਪੁੱਤ ਉਹ ਫਿਰ ਅਸੀਂ ਇਹ ਕਮਰਾ ਵੈਸੇ ਖਾਲੀ ਰੱਖ ਲਿਆ ਸੀ ਤਾਂ ਕਿ ਕੋਈ ਆਏ ਗਏ ਨੂੰ ਇੱਥੇ ਸੁਲਾ ਦਿਆ ਕਰਾਂਗੇ। ਹਰਲੀਨ, ਕਿਉਂ ਮੰਮੀ, ਇਹ ਕਮਰਾ ਮੇਰਾ ਹੈ, ਮੈਂ ਨਹੀਂ ਦਊਂਗੀ ਕਿਸੇ ਨੂੰ।
ਤੁਸੀਂ ਮੈਨੂੰ ਹਮੇਸ਼ਾ ਪਰਾਇਆ ਹੀ ਸਮਝਦੇ ਹੋ। ਮੇਰਾ ਵਿਆਹ ਕਰਤਾ ਤੇ ਬਸ ਸਭ ਕੁਝ ਮੇਰਾ ਖਤਮ ਕਰ ਦਿੱਤਾ ਤੁਸੀਂ। ਹਰਲੀਨ ਕਾਫੀ ਬੋਲ ਰਹੀ ਸੀ। ਬੇਅੰਤ ਕੌਰ ਨੇ ਬਹੁਤ ਪਿਆਰ ਨਾਲ ਜਵਾਬ ਦਿੱਤਾ ਉਸਨੂੰ। ਬੇਅੰਤ ਕੌਰ, ਬੱਚੇ ਤੂੰ ਤਾਂ ਹੁਣ ਕਦੀ ਕਦੀ ਆਉਣਾ ਸਾਡੇ ਕੋਲ, ਇਸ ਕਰਕੇ ਇਹ ਕਮਰਾ ਅਸੀਂ ਖਾਲੀ ਕਰ ਲਿਆ ਸੀ। ਬਾਕੀ ਤਾਂ ਪੁੱਤ ਕਮਰਾ ਕੀ ਸਾਰਾ ਘਰ ਹੀ ਤੇਰਾ। ਹਰਲੀਨ, ਇਹ ਗੱਲ ਕਹਿਣ ਦੀ ਆ ਮੰਮੀ, ਮੇਰਾ ਤਾਂ ਕਮਰਾ ਵੀ ਮੇਰਾ ਨਹੀਂ ਰਿਹਾ। ਸਹੁਰੇ ਕਹਿੰਦੇ ਬੇਗਾਨੀ ਧੀ ਆ, ਮਾਪੇ ਕਹਿੰਦੇ ਪਰਾਇਆ ਧਨ, ਧੀਆਂ ਨੂੰ ਕੋਈ ਆਪਣਾ ਮੰਨਦਾ ਹੀ ਨਹੀਂ। ਹਰਲੀਨ ਗੁੱਸੇ ਵਿੱਚ ਬਹੁਤ ਬੋਲੀ ਜਾ ਰਹੀ ਸੀ। ਅਖੀਰ ਬੇਅੰਤ ਨੇ ਜਵਾਬ ਦਿੱਤਾ। ਬੇਅੰਤ ਕੌਰ, ਪੁੱਤ ਗਲਤੀ ਹੋ ਗਈ, ਤੇਰਾ ਸਮਾਨ ਵਾਪਸ ਰੱਖ ਦਿੰਦੇ ਆ। ਤੂੰ ਐਵੇਂ ਲੜਨਾ ਨਾ ਗੁੱਸਾ ਕਰ, ਚਲ ਆ ਜਾ ਚਾਹ ਪੀਂਦੇ ਆ ਅਸੀਂ। ਬੇਅੰਤ ਕੌਰ ਹਰਲੀਨ ਨੂੰ ਬਾਹਰ ਲੈ ਗਈ ਤੇ ਜਾ ਕੇ ਸੋਫੇ ਤੇ ਬਿਠਾ ਕੇ ਉਸਨੂੰ ਚਾਹ ਬਣਾ ਕੇ ਦਿੱਤੀ ਤੇ ਨਾਲ ਆਪ ਵੀ ਪੀਤੀ। ਦੇਖਦੇ ਦੇਖਦੇ ਇੱਕ ਹਫ਼ਤਾ ਵੀ ਬੀਤ ਗਿਆ। ਸੁਖਜੋਤ ਹਰਲੀਨ ਨੂੰ ਲੈ ਕੇ ਵਾਪਸ ਆਪਣੇ ਘਰ ਆ ਗਿਆ। ਸਮਾਂ ਵੀ ਬੀਤਣ ਲੱਗਾ। ਵਿਆਹ ਦੇ 4 ਮਹੀਨੇ ਬਾਅਦ ਹਰਲੀਨ ਨੇ ਆਪਣੇ ਪਤੀ ਸੁਖਜੋਤ ਨੂੰ ਖੁਸ਼ਖਬਰੀ ਸੁਣਾਈ ਕਿ ਉਹ ਮਾਂ ਬਣਨ ਵਾਲੀ ਹੈ। ਸੁਖਜੋਤ ਦੇ ਤਾਂ ਪੈਰ ਹੀ ਨੇ ਲੱਗੇ ਜ਼ਮੀਨ ਨਾਲ। ਉਸਨੇ ਜਾ ਕੇ ਆਪਣੀ ਮੰਮੀ ਨੂੰ ਇਹ ਗੱਲ ਦੱਸੀ। ਹੁਣ ਦਾਦੀ ਬਣਨ ਵਾਲੀ ਸੀ, ਇਸ ਕਰਕੇ ਦਾਦੀ ਦੇ ਚਾਅ ਤਾਂ ਅਸਮਾਨ ਛੂਹਣ ਲੱਗ ਪਈ। ਉਹ ਹਰਲੀਨ ਨੂੰ ਬਹੁਤ ਪਿਆਰ ਕਰਨ ਲੱਗੀ। ਕਦੇ ਚੁੰਮੇ, ਕਦੇ ਗੱਲ ਨਾ ਲਗਾਵੇ, ਘਰ ਦਾ ਕੰਮ ਵੀ ਜ਼ਿਆਦਾ ਨਾ ਕਰਨ ਦੇਵੇ। ਇਹ ਖਬਰ ਸੁਰਜੀਤ ਸਿੰਘ ਤੇ ਬੇਅੰਤ ਕੌਰ ਨੂੰ ਵੀ ਸੁਣਾ ਦਿੱਤੀ ਗਈ। ਨਾਨਾ ਨਾਨੀ ਬਣਨ ਦਾ ਚਾਅ ਉਹਨਾਂ ਦੋਨਾਂ ਨੂੰ ਵੀ ਬਹੁਤ ਸੀ। ਬੇਅੰਤ ਕੌਰ ਨੇ ਤਾਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ। ਧੀ ਦੇ ਘਰ ਬੱਚੇ ਲਈ ਘੀ ਸ਼ੱਕਰ ਲੈ ਕੇ ਜੋ ਜਾਣਾ ਸੀ। ਕਦੇ ਦੇਖਦੇ ਦੇਖਦੇ ਸਮਾਂ ਬੀਤ ਗਿਆ, ਪਤਾ ਵੀ ਨਹੀਂ ਲੱਗਾ। ਹਰਲੀਨ ਨੇ ਬਹੁਤ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ। ਦਾਦਾ ਦਾਦੀ ਕੋਈ ਭੇਦਭਾਵ ਨਹੀਂ ਸੀ ਕਰਦੇ ਬੱਚੇ ਵਿੱਚ ਕਿ ਕੁੜੀ ਹੈ ਜਾਂ ਮੁੰਡਾ। ਬਸ ਉਹ ਹਰਲੀਨ ਤੇ ਬੱਚੇ ਦੀ ਤੰਦਰੁਸਤੀ ਹੀ ਮੰਗ ਰਹੇ ਸੀ। ਬੱਚੀ ਹਰਲੀਨ ਵਾਂਗ ਗੋਰੀ ਚਿੱਟੀ ਤੇ ਬਹੁਤ ਹੀ ਸੋਹਣੀ ਸੀ। ਬੇਟੀ ਦਾ ਨਾਮ ਬਹੁਤ ਹੀ ਪਿਆਰ ਨਾਲ ਸਿਮਰਨ ਰੱਖਿਆ ਗਿਆ। ਘਰ ਵਿੱਚ ਬਹੁਤ ਲਾਡ ਚਾਅ ਹੁੰਦਾ ਸੀ ਸਿਮਰਨ ਦਾ। ਦਾਦਾ ਦਾਦੀ ਤਾਂ ਸਿਮਰਨ ਨੂੰ ਗੋਦੀ ਵਿੱਚ ਹੀ ਚੱਕੀ ਰੱਖਦੇ ਸੀ। ਨਾਨਾ ਨਾਨੀ ਵੀ ਬਹੁਤ ਖੁਸ਼ ਸੀ। ਉਹਨਾਂ ਨੇ ਵੀ ਬਣਦਾ ਸਭ ਹਰਲੀਨ ਨੂੰ ਤੇ ਸਿਮਰਨ ਨੂੰ ਦਿੱਤਾ। ਹਰਲੀਨ ਦੇ ਮਨ ਦੇ ਸਵਾਲ ਹੁਣ ਹੋਰ ਪੈਦਾ ਹੋਣ ਲੱਗ ਪਏ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਸਦੀ ਧੀ ਨੂੰ ਕੋਈ ਪਰਾਇਆ ਕਹੇ। ਉਹ ਚਾਹੁੰਦੀ ਸੀ ਜਿਵੇਂ ਮੁੰਡਿਆਂ ਨੂੰ ਮਾਪਿਆਂ ਦਾ ਗਹਿਰ ਮਿਲਦਾ, ਇਸ ਤਰ੍ਹਾਂ ਧੀ ਦਾ ਵੀ ਪੂਰਾ ਹੱਕ ਬਣਦਾ ਕਿ ਉਹ ਆਪਣੇ ਹੀ ਘਰ ਵਿੱਚ, ਜਿੱਥੇ ਉਹ ਜੰਮੀ ਪਲੀ ਹੋਵੇ, ਉੱਥੇ ਕੋਈ ਉਸਨੂੰ ਪ੍ਰਾਹੁਣਾ ਕਹੇ। ਹੁਣ ਬੇਅੰਤ ਕੌਰ ਨੂੰ ਸਰਬਜੀਤ ਦੇ ਵਿਆਹ ਦੀ ਚਿੰਤਾ ਸੀ ਕਿ ਚੱਲ ਉਹ ਵੀ ਜਾਏ ਤਾਂ ਘੱਟੋ ਘੱਟ ਜ਼ਿੰਮੇਵਾਰੀਆਂ ਤੋਂ ਵੇਲ ਮਿਲੇ। ਬੇਅੰਤ ਕੌਰ ਤੇ ਸੁਰਜੀਤ ਅਕਸਰ ਸਰਬਜੀਤ ਦੇ ਵਿਆਹ ਨੂੰ ਲੈ ਕੇ ਗੱਲ ਕਰਦੇ ਰਹਿੰਦੇ ਸੀ। ਉਹਨਾਂ ਨੇ ਇੱਧਰ ਉੱਧਰ ਗੱਲ ਵੀ ਕਰ ਰੱਖੀ ਸੀ ਸਰਬਜੀਤ ਦੇ ਵਿਆਹ ਦੀ। ਕਈ ਜਗ੍ਹਾ ਤੋਂ ਰਿਸ਼ਤੇ ਆਏ ਵੀ, ਲੇਕਿਨ ਕਈ ਜਗ੍ਹਾ ਕੁੜੀ ਵਾਲਿਆਂ ਨੂੰ ਸਹੀ ਨਹੀਂ ਲੱਗਾ ਤੇ ਕਈ ਜਗ੍ਹਾ ਸਰਬਜੀਤ ਨੂੰ। ਫਿਰ ਸਰਬਜੀਤ ਦੀ ਭੂਆ ਨੇ ਇੱਕ ਰਿਸ਼ਤਾ ਦੱਸਿਆ। ਕੁੜੀ ਵਾਲੇ ਵੀ ਰਿਸ਼ਤਾ ਕਰਨਾ ਚਾਹੁੰਦੇ ਸੀ ਕਿਉਂਕਿ ਸਰਬਜੀਤ ਇਕੱਲਾ ਮੁੰਡਾ ਸੀ ਘਰ ਦਾ। ਕੰਮਕਾਰ ਵੀ ਬਹੁਤ ਵਧੀਆ ਸੀ ਸਰਬਜੀਤ ਦਾ। ਸਰਬਜੀਤ ਦੀ ਭੂਆ ਨੇ ਅੱਗੇ ਗੱਲ ਤੋਰੀ ਤਾਂ ਗੱਲ ਦੇਖ ਦਿਖਾਈ ਤੱਕ ਆ ਗਈ। ਬੇਅੰਤ ਕੌਰ ਨੇ ਫੋਨ ਕਰਕੇ ਹਰਲੀਨ ਨੂੰ ਵੀ ਬੁਲਾ ਲਿਆ ਸੀ। ਸੁਖਜੋਤ ਤੇ ਹਰਲੀਨ ਵੀ ਕੁੜੀ ਦੇਖਣ ਆ ਗਏ ਸੀ। ਇੱਕ ਦਿਨ ਦੋਨਾਂ ਪਰਿਵਾਰਾਂ ਨੇ ਤੈਅ ਕੀਤਾ। ਮੁਕਰਰ ਕੀਤੀ ਜਗ੍ਹਾ ਉੱਤੇ ਦੋਨੋਂ ਪਰਿਵਾਰ ਪਹੁੰਚ ਗਏ। ਪਹਿਲਾਂ ਆਪਸ ਵਿੱਚ ਵੱਡੇ ਗੱਲ ਕਰਦੇ ਰਹੇ। ਕੁੜੀ ਵਾਲਿਆਂ ਨੇ ਤਾਂ ਬਹੁਤ ਸਮਾਂ ਨਹੀਂ ਲਗਾਇਆ, ਨਾਲ ਹੀ ਹਾਂ ਕਰ ਦਿੱਤੀ ਕਿਉਂਕਿ ਉਹ ਆਏ ਹੀ ਰਿਸ਼ਤਾ ਕਰਨ ਸੀ। ਸਰਬਜੀਤ ਬਾਰੇ ਉਹਨਾਂ ਨੇ ਪਹਿਲਾਂ ਹੀ ਜਾਣਕਾਰੀ ਲੈ ਲਈ ਸੀ। ਹੁਣ ਵਾਰੀ ਸੀ ਕਿ ਸਰਬਜੀਤ ਤੇ ਕੁੜੀ ਰਮਨਦੀਪ ਆਪਸ ਵਿੱਚ ਬੈਠ ਕੇ ਗੱਲਾਂ ਕਰ ਲੈਣ। ਹਰਲੀਨ ਨੇ ਦੋਨਾਂ ਨੂੰ ਇੱਕ ਪਾਸੇ ਬਿਠਾ ਦਿੱਤਾ। ਉਹਨਾਂ ਦੋਵਾਂ ਨੇ ਆਪਸ ਵਿੱਚ ਕੁਝ 15 ਮਿੰਟ ਤੱਕ ਗੱਲ ਕੀਤੀ ਹੋਣੀ ਆ। ਰਮਨਦੀਪ ਬਾਅਦ ਵਿੱਚ ਉੱਠ ਕੇ ਆ ਗਈ। ਫਿਰ ਸਰਬਜੀਤ ਵੀ ਪਿੱਛੇ ਆ ਗਿਆ। ਕੁੜੀ ਤੇ ਮੁੰਡੇ ਦੀ ਸਹਿਮਤੀ ਪੁੱਛੀ ਗਈ। ਦੋਵਾਂ ਨੇ ਹੀ ਹਾਂ ਵਿੱਚ ਆਪਣੀ ਸਹਿਮਤੀ ਜਤਾਈ। ਦੋਵੇਂ ਪਰਿਵਾਰ ਖੁਸ਼ ਸੀ, ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਸੀ। ਫਿਰ ਆਪਸ ਵਿੱਚ ਗੱਲਾਂ ਵਿਆਹ ਦੀਆਂ ਹੋਣ ਲੱਗ ਗਈਆਂ। ਬੇਅੰਤ ਕੌਰ ਨੇ ਕਿਹਾ, ਆਉਣ ਵਾਲੀ ਅਕਤੂਬਰ ਵਿੱਚ ਵਿਆਹ ਦੀ ਤਰੀਕ ਰੱਖ ਲਵਾਂਗੇ ਤੇ ਫੋਨ ਉੱਪਰ ਦੱਸ ਦੇਵਾਂਗੇ। ਇਹ ਵੀ ਗੱਲ ਉੱਥੇ ਹੀ ਹੋ ਗਈ। ਖੁਸ਼ੀ ਦੋਨੋਂ ਪਰਿਵਾਰ ਆਪਣੇ ਆਪਣੇ ਘਰ ਨੂੰ ਪਰਤ ਗਏ। ਘਰ ਆ ਕੇ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਵਿਆਹ ਦੀ ਤਰੀਕ ਦੀ। ਵਿਆਹ ਦੀ ਤਰੀਕ ਵੀ ਤੈਅ ਕਰ ਲਈ ਸਾਰਿਆਂ ਨੇ ਬੈਠ ਕੇ। ਸਿਮਰਨ ਵੀ ਹੁਣ 5 ਮਹੀਨੇ ਦੀ ਹੋ ਗਈ ਸੀ ਤੇ ਵਿਆਹ ਵਿੱਚ ਵੀ ਅਜੇ 4 ਮਹੀਨੇ ਪਏ ਹੋਏ ਸੀ।
ਹੁਣ ਵਿਆਹ ਦਾ ਚਾਅ ਸਭ ਨੂੰ ਚੜ੍ਹਿਆ ਹੋਇਆ ਸੀ। ਹਰਲੀਨ ਨੂੰ ਬਸ ਵਿਆਹ ਦੀ ਤਰੀਕ ਦਾ ਇੰਤਜ਼ਾਰ ਸੀ। ਭਰਾ ਦੇ ਵਿਆਹ 'ਤੇ ਸਭ ਚਾਅ ਪੂਰੇ ਕਰਨੇ ਸੀ। ਬੇਅੰਤ ਕੌਰ ਹਰਲੀਨ ਦੀ ਸੱਸ ਨਾਲ ਗੱਲ ਕਰਕੇ ਹਰਲੀਨ ਨੂੰ ਬੁਲਾ ਲਿਆ ਕਰਦੀ ਸੀ। ਵਿਆਹ ਦੀ ਖਰੀਦਦਾਰੀ ਤੇ ਹੋਰ ਸਭ ਤਿਆਰੀਆਂ ਕਰ ਰਹੇ ਸੀ। ਦਿਨ ਵੀ ਬੀਤ ਰਹੇ ਸੀ। ਖੈਰ ਭੱਜ ਦੌੜ ਵਿੱਚ ਵਿਆਹ ਦੇ ਦਿਨ ਵੀ ਆ ਗਏ। ਹਰਲੀਨ 10 ਦਿਨ ਪਹਿਲਾਂ ਹੀ ਆ ਗਈ ਸੀ ਸਿਮਰਨ ਨਾਲ, ਕਿਉਂਕਿ ਭੈਣ ਸੀ ਸਰਬਜੀਤ ਦੀ। ਭੈਣ ਹੋਣ ਕਰਕੇ ਜ਼ਿੰਮੇਵਾਰੀਆਂ ਵੀ ਬਹੁਤ ਸੀ ਹਰਲੀਨ ਉੱਪਰ। ਹਲਵਾਈ ਵੀ ਬਿਠਾ ਦਿੱਤੇ ਗਏ ਸੀ। ਹਰ ਪਾਸੇ ਘਰ ਵਿੱਚ ਰੌਣਕਾਂ ਵਾਲਾ ਮਾਹੌਲ ਬਣਿਆ ਹੋਇਆ ਸੀ। ਆਉਣ ਵਾਲੇ ਸਮੇਂ ਤੋਂ ਸਭ ਅਣਜਾਣ ਸੀ, ਕਿਉਂਕਿ ਭਵਿੱਖ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਭਵਿੱਖ ਦੇ ਚਾਅ ਵਿੱਚ ਸਭ ਰੁੱਝੇ ਹੋਏ ਸੀ। ਖੈਰ ਵਿਆਹ ਵਿੱਚ ਰੁੱਝੇ ਪਤਾ ਵੀ ਨਾ ਲੱਗਾ ਕਦ ਸਰਬਜੀਤ ਵਿਆਹ ਕੇ ਨਵੀਂ ਨਵੇਲੀ ਦੁਲਹਨ ਨੂੰ ਘਰ ਲੈ ਆਇਆ। ਰਮਨ ਤੇ ਸਰਬਜੀਤ ਨੇ ਸਾਰੇ ਸ਼ਗਨ ਪੂਰੇ ਕੀਤੇ। ਹਰਲੀਨ ਤਾਂ ਬਹੁਤ ਹੀ ਖੁਸ਼ ਸੀ। ਭਾਬੀ ਘਰ ਆ ਗਈ ਸੀ। ਜ਼ਿੰਦਗੀ ਦੁਬਾਰਾ ਉਸੇ ਤਰ੍ਹਾਂ ਚੱਲਣ ਲੱਗ ਗਈ ਸੀ। ਸਭ ਕੁਝ ਵਧੀਆ ਚੱਲ ਰਿਹਾ ਸੀ। ਪਰ ਹੌਲੀ-ਹੌਲੀ ਰਮਨ ਦੇ ਉਹ ਰੰਗ ਸਾਹਮਣੇ ਆਉਣੇ ਸ਼ੁਰੂ ਹੋ ਗਏ, ਜਿਹੜੇ ਵਿਆਹ ਤੋਂ ਪਹਿਲਾਂ ਉਸਦੇ ਮਾਪਿਆਂ ਨੇ ਲੁਕੋਏ ਹੋਏ ਸੀ। ਰਮਨ ਨੂੰ ਰਸੋਈ ਦਾ ਕੋਈ ਕੰਮ ਨਹੀਂ ਸੀ ਆਉਂਦਾ ਤੇ ਉਹ ਹੌਲੀ-ਹੌਲੀ ਬੇਅੰਤ ਕੌਰ ਨਾਲ ਵੀ ਬਹੁਤ ਰੁੱਖੇ ਹੋਏ ਤਰੀਕੇ ਨਾਲ ਗੱਲ ਕਰਨ ਲੱਗ ਗਈ ਸੀ। ਬੇਅੰਤ ਕੌਰ ਨੇ ਵੀ ਜ਼ਿਆਦਾ ਤਵੱਜੋ ਨਾ ਦਿੱਤੀ। ਵਿਆਹ ਤੋਂ 4 ਮਹੀਨੇ ਬਾਅਦ ਹਰਲੀਨ 1 ਹਫ਼ਤਾ ਮਾਪਿਆਂ ਦੇ ਰਹਿਣ ਵਾਸਤੇ ਆਈ। ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਸੀ, ਇਸ ਕਰਕੇ ਭਾਬੀ ਦਾ ਵੀ ਚਾਅ ਸੀ, ਪਰ ਭਾਬੀ ਨੂੰ ਕੋਈ ਚਾਅ ਨਹੀਂ ਸੀ ਕਿ ਹਰਲੀਨ ਆਈ ਹੈ। ਰਮਨ ਨੇ ਹਰਲੀਨ ਨਾਲ ਵੀ ਰੁੱਖੇ ਜਿਹੇ ਸੁਭਾਅ ਨਾਲ ਗੱਲ ਕੀਤੀ। ਹਰਲੀਨ ਨੇ ਵੀ ਕੋਈ ਜ਼ਿਆਦਾ ਧਿਆਨ ਨਾ ਦਿੱਤਾ। 1 ਹਫ਼ਤਾ ਕਦੋਂ ਬੀਤ ਗਿਆ ਪਤਾ ਵੀ ਨਾ ਲੱਗਾ। ਰਮਨ ਨਵੀਂ ਵਿਆਹੀ ਸੀ, ਇਸ ਕਰਕੇ ਕੋਈ ਉਸਨੂੰ ਰਸੋਈ ਦਾ ਕੰਮ ਕਰਨ ਨੂੰ ਜ਼ਿਆਦਾ ਨਹੀਂ ਸੀ ਬੋਲਦਾ। ਹੌਲੀ-ਹੌਲੀ ਇਹ ਚੀਜ਼ ਸਾਹਮਣੇ ਆਉਣ ਲੱਗੀ ਕਿ ਰਮਨ ਬਿਲਕੁਲ ਕੰਮ ਨਹੀਂ ਕਰਦੀ। ਸਰਬਜੀਤ ਆਪਣੇ ਕੰਮ ਵਿੱਚ ਰਹਿੰਦਾ ਸੀ, ਇਸ ਕਰਕੇ ਉਸਨੇ ਤਾਂ ਵੈਸੇ ਹੀ ਕਦੀ ਧਿਆਨ ਨਾ ਦਿੱਤਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਦੋਂ ਰਮਨ ਨੂੰ ਕੰਮ ਦਾ ਕਿਹਾ ਗਿਆ ਤਾਂ ਉਸਨੇ ਬੇਅੰਤ ਕੌਰ ਦੀ ਗੱਲ ਅਣਸੁਣੀ ਕਰ ਦਿੱਤੀ। ਬੇਅੰਤ ਕੌਰ ਨੇ ਜਦੋਂ ਵਾਰ-ਵਾਰ ਕਿਹਾ ਤਾਂ ਉਸਨੇ ਬਹੁਤ ਹੀ ਬੇਰੁਖੀ ਨਾਲ ਜਵਾਬ ਦਿੱਤਾ। ਘਰ ਦੇ ਵਿੱਚ ਇਸ ਤਰ੍ਹਾਂ ਦੇ ਸੰਸਕਾਰ ਨਹੀਂ ਸੀ, ਇਸ ਕਰਕੇ ਬੇਅੰਤ ਕੌਰ ਨੂੰ ਬੁਰਾ ਲੱਗਾ। ਬੇਅੰਤ ਕੌਰ ਨੇ ਰਾਤ ਨੂੰ ਸੁਰਜੀਤ ਸਿੰਘ ਨੂੰ ਕਿਹਾ। ਉਸਨੇ ਕਿਹਾ, ਛੱਡ ਦੇ, ਵੈਸੇ ਹੀ ਚੱਲ ਕੋਈ ਗੱਲ ਹੋਈ ਹੋਣੀ ਆ। ਜਿਵੇਂ-ਜਿਵੇਂ ਦਿਨ ਬੀਤਣ ਲੱਗੇ ਉੱਦਾਂ ਹੀ ਰਮਨ ਦੇ ਨਖਰੇ ਵੀ ਵਧਣ ਲੱਗ ਗਏ। ਬੇਅੰਤ ਕੌਰ ਹੁਣ ਥੋੜ੍ਹਾ ਪਰੇਸ਼ਾਨ ਹੋਣ ਲੱਗ ਗਈ ਸੀ। ਫਿਰ ਇੱਕ ਰਾਤ ਉਸਨੇ ਸਰਬਜੀਤ ਨੂੰ ਦੱਸ ਹੀ ਦਿੱਤਾ। ਸਰਬਜੀਤ ਨੇ ਗੱਲ ਸੁਣੀ ਤੇ ਰਮਨ ਨੂੰ ਜਾ ਪੁੱਛਿਆ ਤਾਂ ਰਮਨ ਨੇ ਵੀ ਥੋੜ੍ਹਾ ਰੋ ਕੇ ਦੱਸ ਦਿੱਤਾ। ਸਰਬਜੀਤ ਪਿਘਲ ਗਿਆ। ਉਹ ਰਮਨ ਦੀਆਂ ਗੱਲਾਂ ਵਿੱਚ ਆ ਗਿਆ। ਹੁਣ ਰਮਨ ਦੀਆਂ ਹਰਕਤਾਂ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਗਈਆਂ, ਕਿਉਂਕਿ ਹੁਣ ਸਰਬਜੀਤ ਨੂੰ ਵੀ ਆਪਣੇ ਹੱਥ ਕਰ ਲਿਆ ਸੀ। ਸਮੇਂ ਦੇ ਨਾਲ-ਨਾਲ ਬਹੁਤ ਚੀਜ਼ਾਂ ਬਦਲ ਚੁੱਕੀਆਂ ਸੀ। ਹੁਣ ਜਦੋਂ ਹਰਲੀਨ ਆਪਣੇ ਮਾਪਿਆਂ ਦੇ ਆਉਂਦੀ ਸੀ, ਰਮਨ ਉਸ ਨਾਲ ਵੀ ਉੱਦਾਂ ਦਾ ਹੀ ਵਰਤਾਵ ਕਰਦੀ ਸੀ। ਹਰਲੀਨ ਨੂੰ ਵੀ ਬਹੁਤ ਬੁਰਾ ਲੱਗਾ ਸੀ। ਹਰਲੀਨ ਤਾਂ ਪਹਿਲਾਂ ਹੀ ਇਸ ਗੱਲ ਤੋਂ ਖਫ਼ਾ ਸੀ ਕਿ ਉਸਨੂੰ ਪਰਾਇਆ ਕਿਹਾ ਗਿਆ ਸੀ। ਉੱਪਰੋਂ ਰਮਨ ਦੇ ਵਰਤਾਵ ਨੇ ਹੋਰ ਤੋੜ ਦਿੱਤਾ। ਹੁਣ ਤਾਂ ਹਰਲੀਨ ਦਾ ਵੀ ਮਨ ਨਹੀਂ ਸੀ ਹੁੰਦਾ ਕਿ ਉਹ ਪੇਕੇ ਘਰ ਜਾਵੇ। ਸਮਾਂ ਬੀਤਦਾ ਗਿਆ। ਸਮੇਂ ਦੇ ਨਾਲ-ਨਾਲ ਰਮਨ ਦਾ ਵਰਤਾਵ ਸਾਰਿਆਂ ਪ੍ਰਤੀ ਰੁੱਖਾ ਹੁੰਦਾ ਗਿਆ। ਬੇਅੰਤ ਕੌਰ ਤੇ ਸੁਖਜੀਤ ਸਿੰਘ ਕਾਫੀ ਪਰੇਸ਼ਾਨ ਰਹਿਣ ਲੱਗ ਗਏ ਸੀ। ਸਰਬਜੀਤ ਵੀ ਸਮਝਦਾ ਨਹੀਂ ਸੀ ਕਿ ਰਮਨ ਗਲਤ ਕਰ ਰਹੀ ਆ। ਬੇਅੰਤ ਕੌਰ ਨੇ ਹਰਲੀਨ ਨਾਲ ਆਪਣੇ ਦਿਲ ਦੀਆਂ ਗੱਲਾਂ ਖੋਲ੍ਹ ਕੇ ਕੀਤੀਆਂ, ਪਰ ਹਰਲੀਨ ਵੀ ਕੀ ਕਹਿ ਸਕਦੀ ਸੀ। ਬੇਅੰਤ ਕੌਰ ਨੇ ਹਰਲੀਨ ਨੂੰ ਆਪਣੇ ਕੋਲ ਕੁਝ ਸਮਾਂ ਰਹਿਣ ਲਈ ਮਨਾਇਆ। ਹਰਲੀਨ ਦਾ ਮਨ ਤਾਂ ਨਹੀਂ ਸੀ, ਪਰ ਫਿਰ ਵੀ ਮਾਂ ਦੇ ਹੰਝੂ ਹਰਲੀਨ ਨੂੰ ਲੈ ਆਏ। ਹਰਲੀਨ ਆਈ ਤਾਂ ਰਮਨ ਦੇ ਚਿਹਰੇ 'ਤੇ ਇੱਕ ਅਲੱਗ ਹੀ ਗੁੱਸਾ ਆਇਆ ਰਹਿੰਦਾ ਸੀ। ਹਰਲੀਨ ਦੇ ਆਉਣ ਨਾਲ ਰਮਨ ਰੋਜ਼ ਕੋਈ ਨਾ ਕੋਈ ਕਲੇਸ਼ ਖੜਾ ਕਰ ਲੈਂਦੀ ਸੀ। ਹਰਲੀਨ ਨੂੰ ਇੱਕ ਅਹਿਸਾਸ ਹੋ ਗਿਆ ਸੀ ਕਿ ਸੱਚ ਵਿੱਚ ਉਹ ਇੱਕ ਪਰਾਈ ਹੈ। ਇਹ ਘਰ ਹੁਣ ਉਸ ਦਾ ਨਹੀਂ ਰਿਹਾ, ਪਰ ਹੁਣ ਉਸਨੂੰ ਬੋਲਣ ਦਾ ਵੀ ਹੱਕ ਨਹੀਂ ਰਿਹਾ। ਉਸਨੂੰ ਆਪਣੇ ਲਈ ਦੁੱਖ ਨਹੀਂ ਸੀ ਜ਼ਿਆਦਾ ਲੱਗਦਾ। ਉਹ ਜ਼ਿਆਦਾ ਪਰੇਸ਼ਾਨ ਆਪਣੀ ਮੰਮੀ ਲਈ ਸੀ ਤੇ ਆਪਣੇ ਪਾਪਾ ਲਈ ਸੀ। ਘਰ ਵਿੱਚ ਦਾ ਮਾਹੌਲ ਸਹੀ ਨਹੀਂ ਹੋਣ ਕਰਕੇ ਉਸ ਦਾ ਮਨ ਵਾਪਸ ਜਾਣ ਨੂੰ ਕਰਦਾ ਸੀ। ਸਿਰਫ ਆਪਣੇ ਮਾਪਿਆਂ ਕਰਕੇ ਉਹ ਰੁਕੀ ਰਹੀ। ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਰਮਨ ਨੇ ਸਿੱਧਾ ਹੀ ਕਹਿਤਾ ਕਿ ਹਰਲੀਨ ਦਾ ਘਰ ਵਿੱਚ ਕੋਈ ਹੱਕ ਨਹੀਂ ਆ। ਉਸ ਦਿਨ ਤਾਂ ਹਰਲੀਨ ਨੇ ਵੀ ਬਹੁਤ ਕੁਝ ਸੁਣਾਇਆ ਫਿਰ ਰਮਨ ਨੂੰ। ਕਹਿੰਦੀ, ਮੈਂ ਇਸ ਘਰ ਦੀ ਧੀ ਆ ਤੇ ਕਾਨੂੰਨ ਵੀ ਮੇਰਾ ਹੱਕ ਰੱਖਦਾ।
ਤੁਸੀਂ ਕੌਣ ਹੁੰਦੇ ਆ ਮੈਨੂੰ ਇਹ ਸਭ ਕਹਿਣ ਵਾਲੇ? ਤੁਹਾਡੇ ਮਾਪੇ ਤੁਹਾਨੂੰ ਕਹਿਣ ਕਿ ਤੁਹਾਡਾ ਹੱਕ ਨਹੀਂ ਆ ਘਰ ਵਿੱਚ, ਤਾਂ ਕੀ ਕਰੋਗੇ ਤੁਸੀਂ? ਉਸ ਦਿਨ ਤਾਂ ਹਰਲੀਨ ਦਾ ਅੰਦਰ ਦਾ ਲਾਵਾ ਫਟ ਚੁੱਕਾ ਸੀ, ਕਿਉਂਕਿ ਬਹੁਤ ਦਿਨ ਤੋਂ ਪਰੇਸ਼ਾਨ ਸੀ ਉਹ ਇਸ ਗੱਲ ਨੂੰ ਲੈ ਕੇ। ਉਸਨੇ ਕੋਈ ਕਸਰ ਨਾ ਛੱਡੀ ਰਮਨ ਨੂੰ ਸੁਣਾਉਣ ਵਿੱਚ। ਫਿਰ ਸ਼ਾਮ ਨੂੰ ਜਦੋਂ ਸਰਬਜੀਤ ਘਰ ਆਇਆ ਤੇ ਰਮਨ ਉਸਨੂੰ ਬੋਲਣ ਲੱਗ ਗਈ ਕਿ ਤੁਹਾਡੀ ਭੈਣ ਇੱਦਾਂ ਬੋਲੀ ਮੈਨੂੰ। ਸਰਬਜੀਤ ਵੀ ਲਾਈ-ਲੱਗ ਬਣ ਗਿਆ ਸੀ। ਉਹ ਵੀ ਆ ਕੇ ਹਰਲੀਨ ਨਾਲ ਲੜਨ ਲੱਗਾ ਤਾਂ ਹਰਲੀਨ ਨੇ ਉਸਨੂੰ ਵੀ ਚਾਰ ਸੁਣਾ ਦਿੱਤੀਆਂ। ਸਰਬਜੀਤ ਨਾ ਬੋਲਿਆ ਅੱਗੇ। ਉਸ ਦਿਨ ਤਾਂ ਘਰ ਵਿੱਚ ਇੱਕ ਅਲੱਗ ਹੀ ਮਾਹੌਲ ਬਣ ਗਿਆ ਸੀ। ਬੇਅੰਤ ਕੌਰ ਤੇ ਸੁਰਜੀਤ ਸਿੰਘ ਚੁੱਪ ਵੱਟ ਕੇ ਖੜੇ ਹੋ ਗਏ। ਹਰਲੀਨ ਨੇ ਉਸ ਦਿਨ ਸਰਬਜੀਤ ਨੂੰ ਸਭ ਦੱਸ ਦਿੱਤਾ ਕਿ ਉਸਦੀ ਘਰਵਾਲੀ ਕੀ ਕੁਝ ਕਰਦੀ ਆ ਸਾਰਿਆਂ ਨਾਲ। ਉਸ ਦਿਨ ਸਰਬਜੀਤ ਦੀਆਂ ਅੱਖਾਂ ਅੱਗੇ ਤੋਂ ਵੀ ਹਰਲੀਨ ਨੇ ਪਰਦਾ ਹਟਾ ਦਿੱਤਾ। ਹਰਲੀਨ ਜਦੋਂ ਕਦੀ ਬੋਲ ਹਟੀ ਤਾਂ ਸਰਬਜੀਤ ਆਪਣੇ ਕਮਰੇ ਵਿੱਚ ਚਲਾ ਗਿਆ। ਪਿੱਛੇ ਹੀ ਰਮਨ ਵੀ ਚਲੀ ਗਈ। ਬਾਹਰ ਸੋਫਿਆਂ ਤੇ ਹਰਲੀਨ ਤੇ ਉਸਦੇ ਮੰਮੀ ਪਾਪਾ ਬੈਠ ਗਏ। ਕੁਝ ਸਮੇਂ ਬਾਅਦ ਹੀ ਸਰਬਜੀਤ ਦੀ ਉੱਚੀ-ਉੱਚੀ ਆਵਾਜ਼ ਸਾਰਿਆਂ ਦੇ ਕੰਨਾਂ ਵਿੱਚ ਪਈ। ਸਰਬਜੀਤ ਰਮਨ ਨਾਲ ਲੜ ਰਿਹਾ ਸੀ। ਤੂੰ ਮੇਰੇ ਮਾਪਿਆਂ ਨੂੰ ਇਸ ਤਰ੍ਹਾਂ ਕਰਦੀ ਸੀ, ਮੈਨੂੰ ਅੱਜ ਤੱਕ ਝੂਠ ਬੋਲਦੀ ਰਹੀ। ਸਰਬਜੀਤ ਬਹੁਤ ਗੁੱਸੇ ਵਿੱਚ ਸੀ। ਹਰਲੀਨ ਜਲਦੀ ਨਾਲ ਉੱਠ ਕੇ ਗਈ ਤਾਂ ਸਰਬਜੀਤ ਰਮਨ ਨੂੰ ਬਹੁਤ ਗੁੱਸਾ ਹੋ ਰਿਹਾ ਸੀ ਕਿ ਸਰਬਜੀਤ ਨੇ ਰਮਨ ਨੂੰ ਇੱਥੇ ਤੱਕ ਵੀ ਕਹਿ ਦਿੱਤਾ ਕਿ ਤੂੰ ਕੱਲ੍ਹ ਆਪਣੇ ਪੇਕੇ ਚਲ ਜਾ। ਮੈਨੂੰ ਨਹੀਂ ਇੱਦਾਂ ਦੀ ਘਰਵਾਲੀ ਚਾਹੀਦੀ ਜਿਹੜੀ ਮੇਰੇ ਪਰਿਵਾਰ ਦੀ ਇੱਜ਼ਤ ਨਾ ਕਰੇ। ਅੱਗੇ ਤੋਂ ਰਮਨ ਕੁਝ ਬੋਲਣ ਲੱਗੀ ਤਾਂ ਸਰਬਜੀਤ ਉਸਦੇ ਹੱਥ ਚੁੱਕਣ ਲੱਗਾ ਹੀ ਸੀ ਕਿ ਹਰਲੀਨ ਨੇ ਵਿੱਚ ਆ ਕੇ ਸਰਬਜੀਤ ਨੂੰ ਰੋਕ ਦਿੱਤਾ ਤੇ ਬੋਲੀ, ਨਾ ਵੀਰੇ, ਇਹ ਕੰਮ ਨਹੀਂ ਕਰਨਾ। ਅਗਰ ਉਹ ਰਸਤਾ ਭਟਕ ਗਈ ਆ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਹੱਥ ਚੁੱਕਣਾ। ਉਸਨੂੰ ਸਮਝਾ। ਫਿਰ ਸਰਬਜੀਤ ਬੋਲਿਆ, ਦੇਖ ਲਾ, ਜਿਸ ਨੂੰ ਚੰਗਾ ਮਾੜਾ ਬੋਲਦੀ ਸੀ ਅੱਜ ਉਸਨੇ ਹੀ ਤੇਰਾ ਪੱਖ ਲਿਆ। ਹਰਲੀਨ ਦਾ ਗੁੱਸਾ ਹੁਣ ਸ਼ਾਂਤ ਸੀ। ਉਸਨੇ ਰਮਨ ਨੂੰ ਕਹਿਣਾ ਸ਼ੁਰੂ ਕੀਤਾ, ਭਾਬੀ, ਮੈਨੂੰ ਨਹੀਂ ਪਤਾ ਧੀ ਦਾ ਘਰ ਕਿਹੜਾ ਹੁੰਦਾ ਹੈ, ਪਰ ਇੱਕ ਗੱਲ ਹੈ, ਧੀ ਦੇ ਘਰ ਦੋ ਹੁੰਦੇ ਆ, ਪਰ ਫਿਰ ਵੀ ਉਹਨਾਂ ਦੋਨਾਂ ਘਰਾਂ ਵਿੱਚ ਪਰਾਈਆਂ ਹੀ ਗਿਣੀਆਂ ਜਾਂਦੀਆਂ। ਇਸ ਕਰਕੇ ਕਦੇ ਵੀ ਉਹ ਕੁਝ ਨਾ ਕਰੋ ਜੋ ਤੁਸੀਂ ਕੀਤਾ। ਤੁਸੀਂ ਵੀ ਇੱਥੇ ਵਿਆਹ ਕੇ ਆਏ ਹੋ। ਅੱਜ ਜੋ ਕੁਝ ਵੀ ਹੋਇਆ ਤੁਹਾਡੀ ਵਜ੍ਹਾ ਨਾਲ ਹੋਇਆ। ਬਾਹਰ ਬੈਠੇ ਸਾਡੇ ਮਾਂ-ਬਾਪ ਨੂੰ ਅਗਰ ਤੁਸੀਂ ਵੀ ਮਾਂ-ਬਾਪ ਹੀ ਸਮਝੋ ਤਾਂ ਉਹ ਤੁਹਾਨੂੰ ਵੀ ਓਨਾ ਹੀ ਮਾਣ ਆਦਰ ਦੇਣਗੇ ਜਿੰਨਾ ਸਾਨੂੰ ਦੋਨਾਂ ਨੂੰ ਦਿੰਦੇ ਆ। ਰਮਨ ਸਿਰ ਥੱਲੇ ਕਰਕੇ ਸਭ ਸੁਣਦੀ ਰਹੀ। ਉਸਨੇ ਮੂੰਹ ਵਿੱਚੋਂ ਕੁਝ ਨਹੀਂ ਬੋਲਿਆ। ਪਤਾ ਨਹੀਂ ਉਸਨੂੰ ਇਹ ਗੱਲ ਸਮਝ ਆ ਗਈ ਸੀ। ਹਰਲੀਨ ਨੇ ਬਹੁਤ ਸਮਝਾਇਆ ਉਸਨੂੰ। ਰਮਨ ਬੋਲੀ ਕੁਝ ਨਹੀਂ ਤੇ ਬਾਹਰ ਨੂੰ ਆ ਗਈ। ਬਾਹਰ ਆ ਕੇ ਉਸਨੇ ਬੇਅੰਤ ਕੌਰ ਵੱਲ ਦੇਖਿਆ ਤੇ ਬੇਅੰਤ ਕੌਰ ਕੋਲ ਜਾ ਕੇ ਉਸਦੇ ਅੱਖਾਂ ਵਿੱਚੋਂ ਹੰਝੂ ਸਾਫ਼ ਕਰਦੀ ਹੋਈ ਬੋਲੀ, ਮੰਮੀ ਜੀ, ਮੈਨੂੰ ਮਾਫ਼ ਕਰ ਦਿਓ। ਮੇਰੇ ਕੋਲੋਂ ਜੋ ਵੀ ਗਲਤੀ ਹੋਈ ਮੈਂ ਮਾफ़ੀ ਮੰਗਦੀ ਹਾਂ। ਤੁਹਾਨੂੰ ਦੁਬਾਰਾ ਸ਼ਿਕਾਇਤ ਦਾ ਮੌਕਾ ਨਹੀਂ ਆਊਗਾ। ਹਰਲੀਨ ਤੇ ਸਰਬਜੀਤ ਇਹ ਸਭ ਦੇਖ ਕੇ ਮੁਸਕਰਾ ਰਹੇ ਸੀ। ਹਰਲੀਨ ਫਿਰ ਬੋਲੀ, ਭਾਬੀ, ਧੀ ਦੇ ਕਿੰਨੇ ਘਰ ਹੁੰਦੇ ਆ? ਅੱਗਿਓਂ ਰਮਨ ਹੱਸਦੀ ਹੋਈ ਬੋਲੀ, ਦੋ ਘਰ ਹੁੰਦੇ ਆ, ਪਰ ਇਹ ਨਹੀਂ ਪਤਾ ਕਿ ਧੀ ਦਾ ਆਪਣਾ ਘਰ ਕਿਹੜਾ ਹੁੰਦਾ। ਰਮਨ ਤੇ ਹਰਲੀਨ ਹੱਸਣ ਲੱਗ ਪਏ। ਸਰਬਜੀਤ ਨੇ ਵੀ ਮਾਫ਼ੀ ਮੰਗੀ ਆਪਣੇ ਮੰਮੀ ਪਾਪਾ ਕੋਲੋਂ ਤੇ ਬੋਲਿਆ, ਚਲੋ ਅੰਤ ਭਲਾ ਤੇ ਸਭ ਭਲਾ, ਹੁਣ ਭੁੱਖੇ ਨਹੀਂ ਮਰਨਾ, ਮੈਂ ਕਿਰਪਾ ਕਰਕੇ ਰੋਟੀ ਖਿਲਾ ਦੇਵੋ। ਖੁਸ਼ੀ-ਖੁਸ਼ੀ ਰਮਨ ਤੇ ਹਰਲੀਨ ਰਸੋਈ ਘਰ ਵੱਲ ਗਈਆਂ। ਪਿੱਛੇ ਹੀ ਬੇਅੰਤ ਕੌਰ ਵੀ ਚਲੇ ਗਈ। ਉਸੇ ਦਿਨ ਘਰ ਦਾ ਕਲੇਸ਼ ਤਾਂ ਖਤਮ ਹੋ ਗਿਆ। ਧੀ ਦਾ ਅਸਲੀ ਘਰ ਕਿਹੜਾ, ਉਹ ਅਜੇ ਵੀ ਇੱਕ ਸਵਾਲ ਹੀ ਬਣ ਕੇ ਰਹਿ ਗਿਆ। ਸ਼ਾਇਦ ਸੱਚ ਵਿੱਚ ਹੀ ਉਸ ਮਾਲਕ ਨੇ ਧੀਆਂ ਨੂੰ ਦੋ ਘਰਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਧੀਆਂ ਮਾਪਿਆਂ ਦੇ ਸਿਰ ਦਾ ਤਾਜ ਤੇ ਸਹੁਰੇ ਘਰ ਦਾ ਮਾਣ ਹੁੰਦੀਆਂ, ਇਸ ਲਈ ਉਸ ਰੱਬ ਨੇ ਧੀਆਂ ਨੂੰ ਦੋ ਘਰਾਂ ਦਾ ਮਾਲਕ ਬਣਾਇਆ ਹੈ। ਧੰਨਵਾਦ ਜੀ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ, ਲਾਈਕ ਕਰਨਾ, ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ।